ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਨਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਐ ਚੂਕੇ ਸਭ ਸੋਗ ਸੰਤਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਐ ਚੂਕੇ ਸਭ ਸੋਗ ਸੰਤਾਪੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਕਬੀਰਾ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੈ ਕੋਈ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਕਬੀਰਾ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੈ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਚਵਰ ਛਤਰ ਤਖਤ ਦੇ ਮਾਲਕ। ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਮੁਕੱਦਸ ਗੋਦ ਅੰਦਰ ਸੁਭਾਈਮਾਨ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਸਰਬੱਤ ਮਾਈ ਪਾਈ ਵੱਡਿਆਂ ਭਾਗਾਂ ਵਾਲੇ ਹੋ, ਧੰਨਤਾ ਯੋਗ ਹੋ। ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਜਿਤਨੇ ਵੀ ਸਰੀਰ ਗੁਰੂ ਚਰਨਾਂ ਵਿੱਚ ਬੈਠੇ ਹਾਂ, ਸ਼ਰਧਾ ਭਾਵਨਾ ਦੇ ਸਹਿਤ ਆਪਣੀਆਂ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਨੂੰ ਸੀਸ ਝੁਕਾ ਕੇ ਰਸਨਾ ਦੇ ਦੁਆਰਾ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਕਬੀਰਾ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੈ ਕੋਈ। ਬਿਹਾਗੜੇ ਕੀ ਵਾਰ ਦਾ 17ਵਾਂ ਸ਼ਲੋਕ ਹੈ। ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਜੀ ਦੇ ਪਾਸ ਗੁਰਸਿੱਖ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਅਸੀਂ ਕਬੀਰ ਜੀ ਦੀ ਬਾਣੀ ਪੜ੍ਹੀ ਹੈ, ਭਗਤ ਕਬੀਰ ਜੀ ਦੇ ਸ਼ਲੋਕਾਂ ਨੂੰ ਪੜ੍ਹਿਆ ਹੈ,
ਉਹਨਾਂ ਸ਼ਲੋਕਾਂ ਵਿੱਚ ਇਹ ਬਚਨ ਆਇਆ, ਕਬੀਰਾ ਮਰਤਾ ਮਰਤਾ ਜਗ ਮੋਆ, ਮਰ ਭੇ ਨਾ ਜਾਣੈ ਕੋਇ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਇਹ ਸ਼ਲੋਕ ਮਹਾਰਾਜ ਅਸੀਂ ਪੜ੍ਹਿਆ ਏ, ਇਹਦੇ ਸਾਨੂੰ ਅਰਥ ਨਹੀਂ ਸਪਸ਼ਟ ਹੋ ਰਹੇ। ਇਸ ਸ਼ਲੋਕ ਦੇ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਸਾਰਾ ਜੱਗ ਹੀ ਮਰ ਰਿਹਾ ਏ, ਸਾਰੀ ਦੁਨੀਆ ਮਰ ਰਹੀ ਹੈ, ਪਰ ਮਰ ਭੇ ਨਾ ਜਾਣੈ ਕੋਈ। ਮਰਨਾ ਕਿਸੇ ਨੂੰ ਆਉਂਦਾ ਹੀ ਨਹੀਂ। ਮਰ ਸਾਰੀ ਰਹੇ ਆ ਸੰਸਾਰ ਦੇ ਲੋਕ, ਕਿਸੇ ਨੂੰ ਮਰਨਾ ਨਹੀਂ ਆਉਂਦਾ। ਕਿਵੇਂ ਮਰੀਦਾ ਹੈ? ਐਸੀ ਮਰਨੀ ਜੇ ਮਰੈ, ਇਹੋ ਜਿਹੀ ਜੇ ਕੋਈ ਮਰਨੀ ਮਰੇ ਤਾਂ ਬਹੁਰ ਨਾ ਮਰਨਾ ਹੋਏ, ਉਹਨਾਂ ਨੂੰ ਫਿਰ ਦੁਬਾਰਾ ਮਰਨਾ ਨਹੀਂ ਹੁੰਦਾ। ਮਹਾਰਾਜ ਜੀ ਦੀ ਸਮਝ ਨਹੀਂ ਲੱਗੀ ਸ਼ਲੋਕ ਦੀ। ਇਹ ਸੰਗਤਾਂ ਨੇ ਇਹ ਸ਼ਲੋਕ ਗੁਰੂ ਸਾਹਿਬ ਜੀ ਦੇ ਸਨਮੁਖ ਪੜ੍ਹਿਆ, ਕਿਹਾ ਮਹਾਰਾਜ ਸਾਨੂੰ ਇਹਦੇ ਅਰਥ ਸਮਝਾਓ। ਇਹਦੇ ਵਿੱਚ ਜਿਹੜੀ ਗੁਹਜ ਗੱਲ ਕਹੀ ਹੈ ਵੀ ਸਾਨੂੰ ਇਹ ਦੱਸੋ ਕਿ ਉਹ ਮਰਨਾ ਕਿਹੋ ਜਿਹਾ ਹੁੰਦਾ, ਜਿਸ ਮਰਨੇ ਨੂੰ ਕਬੀਰ ਸਾਹਿਬ ਜੀ ਕਹਿ ਰਹੇ ਨੇ, ਜਿਸ ਦੇ ਦੁਆਰਾ ਫਿਰ ਦੁਬਾਰਾ ਮਰਨਾ ਨਹੀਂ ਹੁੰਦਾ। ਕਿਹੋ ਜਿਹਾ ਉਹ ਮਰਨਾ ਹੈ, ਕਿਵੇਂ ਦਾ ਹੈ, ਸਾਨੂੰ ਕਿਰਪਾ ਕਰਕੇ ਦੱਸੋ। ਗੁਰੂ ਅਮਰਦਾਸ ਸਾਹਿਬ ਜੀ ਨੇ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਵੀ ਇੱਥੇ ਨਾਲ ਲਿਖਿਆ ਏ, ਤੇ ਨਾਲ ਹੀ ਉਸ ਦੇ ਗੁਹਜ ਭਾਵ ਨੂੰ ਪ੍ਰਗਟ ਕੀਤਾ ਏ ਕਿ ਇਸ ਦਾ ਜਿਹੜਾ ਅਰਥ ਹੈ ਉਸ ਦੀ ਡੂੰਘਾਈ ਦਾ ਸਤਿਗੁਰੂ ਸਾਹਿਬ ਜੀ ਨੇ ਇੱਥੇ ਵਿਸਥਾਰ ਕੀਤਾ ਹੈ। ਕੈਸੀ ਉਹ ਮਰਨੀ ਹੈ? ਸਤਿਗੁਰੂ ਜੀ ਫਰਮਾਉਂਦੇ ਹਨ, ਕਬੀਰਾ ਮਰਤਾ ਮਰਤਾ ਜਗ ਮੋਆ, ਮਰ ਭੇ ਨਾ ਜਾਣੈ ਕੋਇ। ਸਾਰਾ ਜਗਤ ਹੀ ਮਰਦਾ ਮਰਦਾ ਮਰ ਜਾਂਦਾ ਏ। ਸਾਰੀ ਦੁਨੀਆ ਦੇ ਲੋਕ ਮਰਦੇ ਨੇ। ਕੋਈ ਜਵਾਨੀ ਵਿੱਚ ਮਰ ਜਾਂਦਾ ਹੈ, ਕੋਈ ਬਚਪਨ ਵਿੱਚ ਹੀ ਮਰ ਜਾਂਦਾ ਏ, ਕੋਈ ਬੁਢੇਪੇ ਵੇਲੇ ਮਰਦਾ ਹੈ। ਸਾਰੀ ਦੁਨੀਆ ਦੇ ਲੋਕ ਤਾਂ ਮਰ ਰਹੇ ਨੇ, ਪਰ ਮਰ ਭੇ ਨਾ ਜਾਣੈ ਕੋਇ। ਜੀਵਤ ਭਾਵ ਤੋਂ ਮਰਨਾ ਕਿਸੇ ਨੇ ਜਾਣਿਆ ਹੀ ਨਹੀਂ ਹੈ। ਸਰੀਰਕ ਮੌਤ ਤਾਂ ਸਾਰਿਆਂ ਨੂੰ ਆ ਰਹੀ ਹੈ, ਸਾਰੇ ਸਰੀਰ ਕਰਕੇ ਮਰ ਰਹੇ ਨੇ, ਪਰ ਜੀਵਤ ਭਾਵ ਤੋਂ ਮਰਨਾ, ਇਹਦੇ ਬਾਰੇ ਵੀ ਸਪਸ਼ਟ ਕਰ ਦਈਏ ਵੀ ਜੀਵਤ ਭਾਵ ਤੋਂ ਮਰਨ ਦਾ ਭਾਵ ਹੁੰਦਾ ਆ ਆਪਣਾ ਆਪ ਮਿਟਣਾ, ਆਪਣੇ ਆਪ ਨੂੰ ਕੁਝ ਨਾ ਸਮਝਣਾ ਵੀ ਮੈਂ ਕੁਝ ਨਹੀਂ ਹਾਂ। ਮਨ ਮਾਰਨਾ, ਆਪਣੀ ਮੱਤ ਛੱਡ ਦੇਣੀ, ਮਨ ਮਰਜ਼ੀਆਂ ਛੱਡ ਦੇਣੀਆਂ, ਕੇਵਲ ਗੁਰੂ ਦੀ ਸ਼ਰਨ ਵਿੱਚ ਸਮਰਪਣ ਹੋ ਜਾਣਾ। ਗੁਰੂ ਜੀ ਅਸੀਂ ਤੁਹਾਡੀ ਆਗਿਆ ਅਨੁਸਾਰ ਹੀ ਚੱਲਣਾ, ਤੇ ਆਪਣੀ ਜਿਹੜੀ ਤਾਕਤ ਹੈ ਇਹਨੂੰ ਅਸੀਂ ਬਿਲਕੁਲ ਜ਼ੀਰੋ ਕਰ ਦਿੱਤਾ ਹੈ। ਇਸ ਨੂੰ ਅਸੀਂ ਨਹੀਂ ਸਮਝਦੇ ਹਾਂ। ਆਪਣੀ ਮੱਤ ਨੂੰ ਤਿਆਗ ਕੇ ਗੁਰੂ ਦੀ ਮੱਤ ਅਨੁਸਾਰ ਚੱਲਣਾ, ਇਹਨੂੰ ਕਹਿੰਦੇ ਨੇ ਜੀਵਤ ਭਾਵ ਤੋਂ ਮਰਨਾ। ਮਹਾਰਾਜ ਕਹਿੰਦੇ ਐਸਾ ਜਿਹੜਾ ਜੀਵਤ ਭਾਵ ਤੋਂ ਮਰਨਾ ਸੀ, ਇਸ ਨੂੰ ਕਿਸੇ ਨੇ ਨਹੀਂ ਜਾਣਿਆ ਹੈ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਇਹੋ ਜਿਹੀ ਜਿਹੜੀ ਭਾਈ ਮਰਨੀ ਹੈ ਆਪਾ ਭਾਵ ਦੇ ਵਿੱਚ, ਇਹੋ ਜਿਹੀ ਜਿਹੜੀ ਮੌਤ ਹੈ, ਜੇ ਕੋਈ ਮਰੇ ਬਹੁਰ ਨਾ ਮਰਨਾ ਹੋਏ, ਫਿਰ ਉਹਨੂੰ ਦੁਬਾਰਾ ਮਰਨਾ ਨਹੀਂ ਹੁੰਦਾ। ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪੈਣਾ ਪੈਂਦਾ। ਮਹੱਲਾ ਤੀਜਾ। ਕਿਆ ਜਾਣਾ ਕਿਵ ਮਰਹਿਗੇ, ਕੈਸਾ ਮਰਨਾ ਹੋਏ। ਤੀਸਰੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਕਿਆ ਜਾਣਾ, ਕਿਵੇਂ ਜਾਣੀਏ ਕਿ ਕਿਵੇਂ ਮਰਹਿਗੇ, ਕਿਵੇਂ ਮਰਨਾ ਹੁੰਦਾ, ਕੈਸਾ ਮਰਨਾ ਹੋਵੇਗਾ, ਕਿਵੇਂ ਮਰਨਾ, ਕਿਹੜੀ ਥਾਂ ਤੇ ਮਰਨਾ, ਕੀ ਹੋਏਗਾ, ਕੋਈ ਪਤਾ ਨਹੀਂ, ਕੋਈ ਨਹੀਂ ਜਾਣਦਾ ਹੈ। ਮਹਾਰਾਜ ਜੀ ਕਹਿੰਦੇ ਗੱਲ ਕਿਵੇਂ ਜਾਣੀਏ, ਇਹ ਗੱਲ ਨੂੰ ਪਰੇ ਛੱਡ ਦਿਓ, ਇੱਕ ਪਾਸੇ ਰੱਖ ਦਈਏ ਬਈ ਅਸੀਂ ਕਿਵੇਂ ਮਰਨਾ, ਕਿਉਂ ਮਰਨਾ, ਕਿੱਥੇ ਮਰਨਾ, ਕੋਈ ਕਾਰਨ ਬਣੇਗਾ, ਕਿੱਦਾਂ ਦਾ ਹੋਏਗਾ ਸਾਡਾ ਮਰਨਾ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਇਸ ਗੱਲ ਨੂੰ ਇੱਕ ਪਾਸੇ ਰੱਖ ਕੇ ਇਹ ਸੋਚੋ, ਜੇਕਰ ਸਾਹਿਬ ਮਨਹੁ ਨਾ ਵਿਸਰੈ, ਤਾ ਸਹਿਲਾ ਮਰਨਾ ਹੋਏ। ਇਹ ਸੋਚੋ, ਗੱਲ ਮਨ ਵਿੱਚ ਪੱਕੀ ਕਰ ਲਵੋ ਵੀ ਜੇ ਰੱਬ ਚੇਤੇ ਹੈ ਨਾ ਤੇ ਉਹਦੇ ਮਰਨਾ ਸੌਖਾ ਹੋ ਜਾਂਦਾ।
ਉਹਦਾ ਮਰਨਾ ਸੁਖਾਲਾ ਹੋ ਜਾਂਦਾ ਹੈ। ਉਹਨੂੰ ਕੋਈ ਬਿਪਤਾ ਨਹੀਂ ਪੈਂਦੀ ਹੈ, ਪੀੜਾ ਨਹੀਂ ਲੱਗਦੀਆਂ ਹਨ ਜੰਮਣ ਮਰਨ ਦੀਆਂ, ਉਹਨਾਂ ਦਾ ਮਰਨਾ ਸੁਖਾਲਾ ਹੋ ਜਾਂਦਾ ਏ। ਜੇਕਰ ਸਾਹਿਬ ਮਨਹੁ ਨਾ ਵੀਸਰੈ, ਨਹੀਂ ਤਾਂ ਭਾਈ ਮੌਤ ਵੀ ਬੜੀ ਦੁਖਦਾਈ ਹੈ। ਬੜੇ ਲੋਕ ਇਸ ਸੰਸਾਰ ਤੋਂ ਮਰਦੇ ਨੇ, ਬੜੀ ਦੁਖਦਾਈ ਮੌਤ, ਬਹੁਤ ਦੁੱਖ ਭੋਗ ਕੇ ਸੰਸਾਰ ਤੋਂ ਜਾਂਦੇ ਹਨ। ਲੰਮਾ ਲੰਮਾ ਸਮਾਂ ਉਹ ਦੁੱਖ ਹੀ ਭੋਗਦੇ ਰਹਿੰਦੇ ਨੇ, ਫੇਰ ਕਿਤੇ ਜਾ ਕੇ ਉਹਨਾਂ ਦੀ ਜਾਨ ਨਿਕਲਦੀ ਹੈ। ਐਸਾ ਜਿਹੜਾ ਦੁਖਦਾਈ ਉਹਨਾਂ ਦਾ ਮਰਨਾ ਹੁੰਦਾ ਏ। ਪਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਜੇਕਰ ਸਾਹਿਬ ਮਨਹੁ ਨਾ ਵੀਸਰੈ, ਜੇ ਰੱਬ ਮਨ ਚੋਂ ਨਹੀਂ ਭੁੱਲਦਾ, ਉਸ ਦੀ ਯਾਦ ਵਸੀ ਰਹਿੰਦੀ ਹੈ, ਤਾਂ ਸਹਿਲਾ ਮਰਨਾ ਹੋਏ। ਮਰਨਾ ਭਾਈ ਸੌਖਾ ਹੋ ਜਾਂਦਾ ਹੈ। ਮਰਨੈ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ। ਇਸ ਮਰਨੇ ਤੋਂ ਸਾਰਾ ਜਗਤ ਹੀ ਡਰ ਰਿਹਾ ਏ ਕਿ ਅਸੀਂ ਮਰ ਨਾ ਜਾਈਏ, ਕਿਤੇ ਸਾਡੀ ਮੌਤ ਨਾ ਹੋ ਜਾਏ। ਸਾਰੇ ਦੁਨੀਆ ਦੇ ਜੀਵ ਚਾਹੁੰਦੇ ਹਨ ਕਿ ਅਸੀਂ ਜਿਉਂਦੇ ਰਹੀਏ। ਜਿਉਣਾ ਹੀ ਸਾਰੇ ਲੋਚਦੇ ਨੇ, ਚਾਹੁੰਦੇ ਨੇ, ਮਰਨਾ ਕਿਸੇ ਨੂੰ ਪਸੰਦ ਨਹੀਂ ਹੈ। ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ ਕਿ ਗੁਰ ਪ੍ਰਸਾਦੀ ਜੀਵਤ ਮਰੈ। ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਆਪਣੇ ਜੀਵਤ ਭਾਵ ਤੋਂ ਮਰ ਜਾਂਦੇ ਨੇ, ਆਪਣਾ ਆਪ ਮੇਟ ਲੈਂਦੇ ਹਨ, ਗੁਰੂ ਦੇ ਹੁਕਮ ਨੂੰ, ਗੁਰੂ ਦੀ ਆਗਿਆ ਨੂੰ ਉਹ ਬੁੱਝ ਲੈਂਦੇ ਨੇ, ਸਮਝ ਲੈਂਦੇ ਨੇ। ਨਾਨਕ ਐਸੀ ਮਰਨੀ ਜੋ ਮਰੈ, ਤਾ ਸਦ ਜੀਵਨ ਹੋਏ। ਇਹੋ ਜਿਹੀ ਜਿਹੜੀ ਭਾਈ ਮਰਨੀ ਹੈ ਨਾ, ਇਹੋ ਜਿਹੀ ਮੌਤ ਹੈ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਵੇ ਆਪਾ ਭਾਵ ਤੋਂ ਮਰਨ ਵਾਲੀ, ਤਾਂ ਸਦ ਜੀਵਨ ਹੋਏ, ਤਾਂ ਸਦੀਵ ਕਾਲ ਲਈ ਜੀਵਨ ਬਣ ਜਾਂਦਾ ਏ। ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਉਹ ਫਿਰ ਦੁਬਾਰਾ ਨਹੀਂ ਮਰਦੇ ਹਨ, ਸਦਾ ਹੀ ਮੁਕਤ ਹੋ ਜਾਂਦੇ ਨੇ, ਉਹਨਾਂ ਦਾ ਸਦਾ ਹੀ ਜੀਵਨ ਹੁੰਦਾ ਹੈ, ਉਹ ਮੌਤ ਤੋਂ ਰਹਿਤ ਹੋ ਜਾਂਦੇ ਹਨ। ਪੌੜੀ ਜਾ ਆਪ ਕਿਰਪਾਲ ਹੋਵੇ ਹਰ ਸੁਆਮੀ, ਤਾ ਆਪਣਾ ਨਾਉ ਹਰ ਆਪ ਜਪਾਵੇ। ਜਦੋਂ ਪ੍ਰਮਾਤਮਾ ਅਕਾਲ ਪੁਰਖ ਆਪ ਕਿਰਪਾਲੂ ਹੁੰਦਾ ਏ, ਕਿਰਪਾ ਕਰਦਾ ਹੈ, ਤਾਂ ਉਹ ਮਾਲਕ ਆਪਣਾ ਨਾਮ ਜਪਾਉਂਦਾ ਹੈ। ਆਪਣੀ ਕਿਰਪਾ ਜਿਨ੍ਹਾਂ ਦੇ ਉੱਪਰ ਕਰਦਾ ਹੈ, ਆਪਣੀ ਕਿਰਪਾ ਦੇ ਦੁਆਰਾ ਜੀਵਾਂ ਤੋਂ ਨਾਮ ਜਪਾਉਂਦਾ ਹੈ, ਸਿਮਰਨ ਕਰਾਉਂਦਾ ਹੈ। ਆਪੇ ਸਤਿਗੁਰ ਮੇਲ ਸੁਖ ਦੇਵੈ, ਆਪਣਾ ਸੇਵਕ ਆਪ ਹਰ ਭਾਵੈ। ਪਰਮੇਸ਼ਰ ਦੇ ਜੋ ਆਪਣੇ ਸੇਵਕ ਹਨ, ਉਸ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਤੇ ਆਪ ਹੀ ਪਰਮੇਸ਼ਰ ਆਪਣੇ ਸੇਵਕਾਂ ਨੂੰ ਸੱਚੇ ਸਤਿਗੁਰਾਂ ਦੇ ਨਾਲ ਮੇਲ ਕੇ ਸੁੱਖ ਦੇ ਦਿੰਦਾ ਹੈ, ਸੁੱਖਾਂ ਦੀ ਪ੍ਰਾਪਤੀ ਕਰਾਉਂਦਾ ਹੈ। ਆਪਣਿਆਂ ਸੇਵਕਾ ਕੀ ਆਪ ਪੈਜ ਰੱਖੈ, ਆਪਣਿਆਂ ਭਗਤਾ ਕੀ ਪੈਰੀ ਪਾਵੈ। ਆਪਣੇ ਸੇਵਕਾਂ ਦੀ ਆਪ ਪ੍ਰਮਾਤਮਾ ਪੈਜ ਰੱਖਦਾ ਏ, ਇੱਜ਼ਤ ਪੱਤ ਰੱਖਦਾ ਹੈ, ਤੇ ਆਪਣਿਆਂ ਸੇਵਕਾਂ ਦੀ ਪੈਰੀ ਭਾਵ ਚਰਨੀ ਪਾ ਦਿੰਦਾ ਦੁਨੀਆ ਨੂੰ। ਦੁਨੀਆ ਦੇ ਲੋਕ ਜੋ ਵੀ ਆਪਣਾ ਭਲਾ ਚਾਹੁੰਦੇ ਹਨ, ਲੋਚਦੇ ਹਨ ਕਿ ਸਾਡਾ ਭਲਾ ਹੋ ਜਾਏ, ਸਾਨੂੰ ਸੁੱਖ ਮਿਲ ਜਾਣ, ਜੀਵਨ ਸੁਖਾਲਾ ਹੋ ਜਾਏ, ਸਫਲਾ ਹੋ ਜਾਏ, ਉਹਨਾਂ ਨੂੰ ਪਰਮੇਸ਼ਰ ਆਪਣੇ ਭਗਤਾਂ ਦੀ ਚਰਨੀ ਲਾ ਦਿੰਦਾ, ਉਹਨਾਂ ਦੀ ਸਤ ਸੰਗਤ ਦੇ ਵਿੱਚ ਮਿਲਾ ਦਿੰਦਾ ਹੈ, ਤੇ ਆਪਣਿਆਂ ਸੇਵਕਾਂ ਦੀ ਆਪ ਖੁਦ ਪਰਮੇਸ਼ਰ ਰੱਖਿਆ ਕਰਦਾ ਏ, ਪ੍ਰਤਪਾਲਣਾ ਕਰਦਾ ਹੈ, ਇੱਜ਼ਤ ਪੱਤ ਰੱਖਦਾ ਹੈ। ਜਿਵੇਂ ਭਗਤ ਪ੍ਰਹਿਲਾਦ ਜੀ ਵਰਗਿਆਂ ਦੀ ਇੱਜ਼ਤ ਪੱਤ ਰੱਖੀ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਐਸਾ ਹੈ ਭਾਈਓ ਪਰਮਾਤਮਾ ਅਕਾਲ ਪੁਰਖ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਏ ਖੁਦ। ਇੱਕ ਕਿਸੇ ਰਾਜੇ ਨੇ ਸ਼ੰਕਾ ਕੀਤਾ ਸੀ ਇਸ ਗੱਲ ਤੇ। ਮਹਾਤਮਾ ਦੇ ਕੋਲੇ ਕਥਾ ਉਹਨੇ ਸੁਣੀ ਸੀ। ਮਹਾਤਮਾ ਜੀ ਕਥਾ ਵਿੱਚ ਸੁਣਾ ਰਹੇ ਸਨ ਕਿ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਆਪ ਬਚਾਉਂਦਾ ਏ, ਆਪ ਉਹਨਾਂ ਦੀ ਰੱਖਿਆ ਕਰਦਾ ਏ।
ਉਹ ਰਾਜੇ ਦੇ ਮਨ ਵਿੱਚ ਸ਼ੰਕਾ ਪੈ ਗਿਆ। ਪੁੱਛਣ ਚਲੇ ਗਿਆ, ਮਹਾਤਮਾ ਜੀ ਤੁਸੀਂ ਇਹ ਗੱਲ ਕਥਾ ਵਿੱਚ ਸੁਣਾਈ ਹੈ ਕਿ ਰੱਬ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ। ਕਹਿੰਦੇ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਇਹ ਕੋਈ ਅਤਕਥਨੀ ਨਹੀਂ ਗੱਲ ਹੈ। ਪਰਮੇਸ਼ਰ ਵਾਕਿਆ ਹੀ ਆਪਣੇ ਸੇਵਕਾਂ ਦੀ ਖੁਦ ਰੱਖਿਆ ਕਰਦਾ ਏ। ਕਹਿੰਦੇ ਜੀ ਵੇਖੋ, ਰੱਬ ਵੀ ਇੱਕ ਰਾਜਾ ਹੈ ਸ੍ਰਿਸ਼ਟੀ ਦਾ, ਤੇ ਮੈਂ ਵੀ ਰਾਜਾ ਹਾਂ। ਜਿਵੇਂ ਮੇਰੀ ਪਰਜਾ ਏ, ਮੇਰੀ ਪਰਜਾ ਦੇ ਵਿੱਚ ਕਿਸੇ ਨੂੰ ਕੋਈ ਮੁਸੀਬਤ ਪੈ ਜਾਵੇ, ਰਾਜੇ ਨੇ ਆਪਣੀ ਉਦਾਹਰਣ ਪਹਿਲਾਂ ਦਿੱਤੀ ਹੈ ਵੀ ਮੰਨ ਲਓ ਮਹਾਤਮਾ ਜੀ, ਮੇਰੀ ਪਰਜਾ ਦੇ ਵਿੱਚ ਕਿਸੇ ਮਨੁੱਖ ਨੂੰ ਕੋਈ ਮੁਸੀਬਤ ਬਣ ਆਵੇ ਤੇ ਮੈਂ ਆਪਣਾ ਕੋਈ ਸਿਪਾਹੀ ਭੇਜ ਦਿੰਦਾ ਉਹਦੀ ਮਦਦ ਵਾਸਤੇ। ਜਾਓ ਭਾਈ, ਆ ਫਲਾਣੇ ਮਨੁੱਖ ਨੂੰ ਬਿਪਤਾ ਪੈ ਗਈ ਹੈ ਤੇ ਜਾ ਕੇ ਉਹਨੂੰ ਤੁਸੀਂ ਸਹਾਇਤਾ ਦਿਓ। ਜੇ ਸਿਪਾਹੀਆਂ ਤੋਂ ਕੋਈ ਹੱਲ ਨਾ ਹੋਵੇ, ਉਹਦੀ ਮਦਦ ਨਾ ਹੋ ਸਕੇ, ਸਹਾਇਤਾ ਨਾ ਹੋ ਸਕੇ, ਫਿਰ ਮੈਂ ਆਪਣੇ ਵਜ਼ੀਰ ਨੂੰ ਹੋਰ ਫੌਜ ਦੇ ਕੇ ਭੇਜ ਦਿੰਦਾ, ਕੋਈ ਵੱਡਾ ਅਫਸਰ ਭੇਜ ਦਿੰਦਾ ਹਾਂ। ਮੈਨੂੰ ਨਹੀਂ ਜਾਣ ਦੀ ਲੋੜ ਪੈਂਦੀ। ਮੇਰੀ ਪਰਜਾ ਦੀਆਂ ਮੁਸੀਬਤਾਂ ਤਾਂ ਮੇਰੇ ਤੋਂ ਅੱਗੇ ਜਿਹੜੇ ਅਫਸਰ ਹਨ, ਕੋਈ ਮੇਰੇ ਵਜ਼ੀਰ ਨੇ, ਸਿਪਾਹੀ ਨੇ, ਉਹੀ ਸਾਂਭ ਲੈਂਦੇ ਨੇ। ਤੇ ਇੱਦਾਂ ਹੀ ਪ੍ਰਮਾਤਮਾ ਵੀ ਆਪਣੇ ਸੇਵਕਾਂ ਦੀ ਰੱਖਿਆ ਕਰਨ ਵਾਸਤੇ, ਇਸ ਪਰਜਾ ਦੀ ਮੁਸੀਬਤ ਨੂੰ ਦੂਰ ਕਰਨ ਵਾਸਤੇ ਖੁਦ ਕਿਉਂ ਆਉਂਦਾ, ਉਹ ਕਿਸੇ ਹੋਰ ਨੂੰ ਭੇਜ ਸਕਦਾ ਏ। ਮਹਾਤਮਾ ਕਹਿਣ ਲੱਗੇ, ਬਈ ਇਹ ਗੱਲ ਦਾ ਜਵਾਬ ਤੈਨੂੰ ਨਾ ਫੇਰ ਦਿਆਂਗੇ ਕਿਸੇ ਦਿਨ। ਕਹਿੰਦੇ ਮਹਾਤਮਾ ਜੀ ਜ਼ਰੂਰ ਮੇਰੀ ਗੱਲ ਦਾ ਜਵਾਬ ਦੇਣਾ। ਕਹਿੰਦੇ ਕੋਈ ਗੱਲ ਨਹੀਂ, ਜ਼ਰੂਰ ਦਿਆਂਗੇ। ਉਹ ਰਾਜੇ ਦੇ ਘਰ ਇੱਕ ਬੱਚਾ ਜਨਮਿਆ ਸੀ, ਬਿਲਕੁਲ ਛੋਟਾ ਜਿਹਾ ਗੋਦ ਚੁੱਕਣ ਵਾਲਾ ਬੱਚਾ ਸੀ। ਮਹਾਤਮਾ ਨੇ ਉਸ ਨੂੰ ਦੇਖਿਆ ਤੇ ਉਹਦੇ ਵਰਗਾ ਹੀ ਇੱਕ ਲੱਕੜ ਦਾ ਖਿਡੌਣਾ ਬਣਾ ਲਿਆ, ਰਾਜੇ ਦੇ ਲੜਕੇ ਵਰਗਾ, ਬਿਲਕੁਲ ਲੱਕੜ ਦਾ ਖਿਡੌਣਾ ਬਣਾ ਕੇ ਉਹਨੂੰ ਸੁੰਦਰ ਕੱਪੜਿਆਂ ਵਿੱਚ ਲਪੇਟ ਕੇ ਤੇ ਕੁੱਛੜ ਚੁੱਕ ਲਿਆ। ਰਾਜੇ ਨੂੰ ਕਿਹਾ ਕਿ ਅੱਜ ਭਾਈ ਦਰਿਆ ਦੇ ਕਿਨਾਰੇ ਤੇ ਸਭਾ ਲਗਾਈ ਜਾਵੇ, ਉੱਥੇ ਤੇਰੀ ਇਸ ਗੱਲ ਦਾ ਜਵਾਬ ਅਸੀਂ ਦਿਆਂਗੇ। ਰਾਜੇ ਨੇ ਸਾਰੇ ਪ੍ਰਬੰਧ ਕੀਤੇ। ਦਰਿਆ ਦੇ ਕਿਨਾਰੇ ਦੇ ਉੱਪਰ ਬਿਲਕੁਲ ਕਿਨਾਰੇ ਤੇ ਸਭਾ ਲਗਾਈ ਗਈ। ਉੱਥੇ ਸਭਾ ਦੇ ਵਿੱਚ ਬੜੇ ਲੋਕ ਇਕੱਠੇ ਹੋਏ। ਮਹਾਤਮਾ ਜੀ ਕੁਝ ਦੇਰ ਬਾਅਦ ਗਏ, ਜਾਣ ਬੁੱਝ ਕੇ। ਉਹ ਰਾਜਾ ਉਡੀਕ ਕਰ ਰਿਹਾ ਹੈ ਕਿ ਮਹਾਤਮਾ ਜੀ ਆਏ ਨਹੀਂ, ਮੇਰੀ ਗੱਲ ਦਾ ਜਵਾਬ ਮੈਨੂੰ ਮਿਲੇਗਾ ਅੱਜ। ਉਡੀਕ ਕਰਦਿਆਂ ਜਦੋਂ ਮਹਾਤਮਾ ਜੀ ਆ ਗਏ, ਸਾਰੇ ਲੋਕ ਵੇਖਦੇ ਨੇ ਵੀ ਮਹਾਤਮਾ ਨੇ ਤਾਂ ਕੁੱਛੜ ਬੱਚਾ ਚੁੱਕਿਆ ਹੋਇਆ। ਰਾਜੇ ਨੇ ਵੇਖਿਆ ਵੀ ਕੁੱਛੜ ਬੱਚਾ ਚੁੱਕਿਆ ਹੋਇਆ, ਉਹਨੇ ਵੇਖਿਆ ਵੀ ਇਹ ਤਾਂ ਮੇਰਾ ਬੱਚਾ ਹੀ ਹੈ। ਉਹ ਬੜਾ ਖੁਸ਼ ਹੋਇਆ ਕਿ ਮਹਾਤਮਾ ਨੇ ਮੇਰੇ ਬੱਚੇ ਨੂੰ ਕੁੱਛੜ ਚੁੱਕਿਆ ਹੋਇਆ, ਖੁਸ਼ ਹੋ ਗਿਆ। ਤੇ ਇੰਨਾ ਦੇਖਦਿਆਂ ਦੇਖਦਿਆਂ ਹੀ ਮਹਾਤਮਾ ਜੀ ਨੇ ਉਹ ਜਿਹੜਾ ਬੱਚਾ ਸੀ ਖਿਡੌਣਾ ਲੱਕੜ ਦਾ ਬਣਾਇਆ ਹੋਇਆ ਤੇ ਦਰਿਆ ਦੇ ਵਿੱਚ ਸੁੱਟ ਦਿੱਤਾ। ਰਾਜੇ ਨੂੰ ਤਖਤ ਤੇ ਬੈਠੇ ਹੋਏ ਨੂੰ ਏਦਾਂ ਲੱਗਿਆ ਵੀ ਮੇਰਾ ਬੱਚਾ ਡੁੱਬ ਜਾਏਗਾ। ਉਹਨ ਰਾਜੇ ਨੇ ਵੀ ਤੁਰੰਤ ਛਾਲ ਮਗਰ ਹੀ ਮਾਰ ਦਿੱਤੀ ਬੱਚੇ ਨੂੰ ਬਚਾਉਣ ਵਾਸਤੇ। ਜਦੋਂ ਆਪ ਛਾਲ ਮਾਰੀ ਦਰਿਆ ਦੇ ਵਿੱਚ, ਜਦੋਂ ਕੱਢ ਕੇ ਲਿਆਂਦਾ ਤੇ ਉਹ ਤਾਂ ਹੈ ਹੀ ਖਿਡੌਣਾ ਸੀ। ਰਾਜਾ ਬੜਾ ਹੈਰਾਨ ਹੋਇਆ, ਮਹਾਤਮਾ ਜੀ ਇਹ ਤੁਸੀਂ ਕੀ ਖੇਡ ਵਰਤਾਈ ਹੈ, ਤੁਸੀਂ ਮੇਰੇ ਨਾਲ ਮਜ਼ਾਕ ਕੀਤਾ। ਮਹਾਤਮਾ ਕਹਿੰਦੇ ਮਜ਼ਾਕ ਨਹੀਂ ਕੀਤਾ, ਤੇਰਾ ਜਿਹੜਾ ਸਵਾਲ ਸੀ ਉਹਦਾ ਜਵਾਬ ਦਿੱਤਾ ਏ। ਕਹਿੰਦੇ ਜੀ ਇਹ ਜਵਾਬ ਦੇਣ ਦਾ ਕਿਹੜਾ ਤਰੀਕਾ ਹੋਇਆ। ਮਹਾਤਮਾ ਕਹਿੰਦੇ ਅਸੀਂ ਦੇਖਣਾ ਚਾਹੁੰਦੇ ਸੀ ਤੂੰ ਆਪਦੀ ਗੱਲ ਤੇ ਪੱਕਾ ਰਹਿੰਦਾ ਹੈ ਕਿ ਨਹੀਂ, ਕਿਉਂਕਿ ਤੂੰ ਕਹਿੰਦਾ ਸੀ ਵੀ ਕਿਸੇ ਤੇ ਮੁਸੀਬਤ ਆ ਜਾਏ ਮੈਨੂੰ ਲੋੜ ਨਹੀਂ ਪੈਂਦੀ ਮਦਦ ਕਰਨ ਦੀ, ਮੇਰੇ ਸਿਪਾਹੀ ਨੇ ਹੈਗੇ ਨੇ, ਮੇਰੇ ਅਫਸਰ ਹੈਗੇ ਨੇ, ਮੇਰੇ ਵਜ਼ੀਰ ਹੈਗੇ ਨੇ। ਤੇ ਹੁਣ ਤੇਰੇ ਬੱਚੇ ਦੇ ਉੱਪਰ ਬਿਪਤਾ ਪਈ, ਤੈਨੂੰ ਇਹ ਪ੍ਰਤੀਤ ਹੋਇਆ ਵੀ ਮੇਰਾ ਬੱਚਾ ਦਰਿਆ 'ਚ ਡਿੱਗ ਗਿਆ, ਇਹ ਡੁੱਬ ਜਾਏਗਾ, ਤੇ ਹੁਣ ਤੂੰ ਆਪਣੇ ਸਿਪਾਹੀਆਂ ਨੂੰ ਕਹਿ ਦਿੰਦਾ ਵੀ ਕੱਢ। ਕਿਸੇ ਸਿਪਾਹੀ ਨੂੰ ਆਵਾਜ਼ ਮਾਰਦਾ, ਉਹਨੂੰ ਕਹਿ ਦਿੰਦਾ ਵੀ ਮੇਰਾ ਬੱਚਾ ਡੇਗ ਦਿੱਤਾ ਆ ਮਹਾਤਮਾ ਨੇ ਤੇ ਇਹਨੂੰ ਕੱਢ ਕੇ ਲਿਆਓ। ਵਜ਼ੀਰ ਨੂੰ ਕਹਿ ਦਿੰਦਾ, ਕੋਈ ਵੱਡੇ ਅਫਸਰ ਨੂੰ ਕਹਿ ਦਿੰਦਾ, ਫੌਜਾਂ ਨੂੰ ਭੇਜ ਦਿੰਦਾ ਦਰਿਆ ਵਿੱਚ। ਤੂੰ ਖੁਦ ਕਿਉਂ ਛਾਲ ਮਾਰੀ? ਕਹਿੰਦਾ ਜੀ ਬੱਚਾ ਮੈਨੂੰ ਬਹੁਤ ਪਿਆਰਾ ਆ,
ਬੱਚੇ ਨੂੰ ਮੈਂ ਬੜਾ ਪਿਆਰ ਕਰਦਾ, ਮੈਨੂੰ ਜਾਨ ਤੋਂ ਵੀ ਵੱਧ ਇਹ ਪਿਆਰਾ ਹੈ। ਇਸ ਕਰਕੇ ਮੈਨੂੰ ਕੋਈ ਹੋਰ ਦਿਸਿਆ ਹੀ ਨਹੀਂ, ਮੇਰੇ ਕੋਲ ਇੰਨਾ ਸਮਾਂ ਹੀ ਨਹੀਂ ਸੀ ਕਿ ਮੈਂ ਕਿਸੇ ਨੂੰ ਕਹਿ ਸਕਾਂ। ਮੈਂ ਆਪ ਖੁਦ ਹੀ ਬਚਾਉਣ ਵਾਸਤੇ ਚਲੇ ਗਿਆ। ਇੱਦਾਂ ਹੀ ਮਹਾਤਮਾ ਕਹਿੰਦੇ ਰੱਬ ਨੂੰ ਵੀ ਉਹਦੇ ਸੇਵਕ ਪਿਆਰੇ ਨੇ, ਉਹ ਵੀ ਕਿਸੇ ਦੀ ਉਡੀਕ ਨਹੀਂ ਕਰਦਾ ਕਿ ਕੋਈ ਆ ਕੇ ਰੱਖਿਆ ਕਰੇਗਾ। ਜੋ ਉਸਦੇ ਪਿਆਰੇ ਨੇ ਪਰਮਾਤਮਾ ਉਹਨਾਂ ਦੀ ਰੱਖਿਆ ਖੁਦ ਆਪ ਕਰਨ ਵਾਸਤੇ ਆਉਂਦਾ ਹੈ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ। ਜਿਨ੍ਹਾਂ ਦਾ ਭਾਈ ਡਾਢਾ ਮਾਲਕ ਹੈ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਹੈ। ਉਹਨਾਂ ਦੀ ਪ੍ਰਤਪਾਲਣਾ ਪਰਮੇਸ਼ਰ ਆਪ ਕਰਦਾ ਹੈ। ਹਰਨਾਕਸ਼ ਨੇ ਥੋੜੇ ਯਤਨ ਕੀਤੇ ਨੇ ਪ੍ਰਹਿਲਾਦ ਨੂੰ ਮਾਰਨ ਵਾਸਤੇ, ਕਦੇ ਪਹਾੜੀ ਤੋਂ ਸੁੱਟਿਆ, ਕਦੇ ਦਰਿਆ ਵਿੱਚ ਡੋਬਣਾ ਚਾਹਿਆ, ਕਦੇ ਕੋਈ ਤਰੀਕਾ ਵਰਤਦਾ, ਕਦੇ ਕੋਈ ਅੱਗ ਦੇ ਵਿੱਚ ਸਾੜਨਾ ਚਾਹੁੰਦਾ ਸੀ, ਨਹੀਂ ਸੜੇ। ਭਗਤ ਕਬੀਰ ਜੀ ਨੂੰ ਸਿਕੰਦਰ ਬਾਦਸ਼ਾਹ ਨੇ ਮਾਰਨ ਵਾਸਤੇ ਕਿੰਨੇ ਯਤਨ ਕੀਤੇ ਸਨ। ਜੰਜੀਰਾਂ ਨਾਲ ਬੰਨ੍ਹ ਕੇ ਤੇ ਪਾਣੀ ਦੀਆਂ ਗੰਗਾ ਦੀਆਂ ਲਹਿਰਾਂ ਵਿੱਚ ਸੁੱਟ ਦਿੱਤਾ ਸੀ, ਉਹ ਨਹੀਂ ਸੀ ਡੁੱਬੇ। ਇੱਦਾਂ ਪਰਮੇਸ਼ਰ ਆਪਣੇ ਪਿਆਰਿਆਂ ਦੀ ਖੁਦ ਆ ਕੇ ਰੱਖਿਆ ਕਰਦਾ ਏ। ਉਹ ਪਰਮੇਸ਼ਰ ਕਿਸੇ ਦੀ ਡਿਊਟੀ ਨਹੀਂ ਲਾਉਂਦਾ, ਉਹਨੂੰ ਉਹਦੇ ਸੇਵਕ ਇੰਨੇ ਜ਼ਿਆਦਾ ਪਿਆਰੇ ਹਨ। ਇਸ ਤਰ੍ਹਾਂ ਗੁਰੂ ਸਾਹਿਬ ਜੀ ਇੱਥੇ ਬਖਸ਼ਿਸ਼ ਕਰਨਾ ਕਰਦੇ ਨੇ, ਆਪਣੇ ਭਗਤਾਂ ਦੇ ਨਾਲ ਇੰਨਾ ਪਿਆਰ ਕਰਦਾ ਆਪਣਿਆਂ ਸੇਵਕਾਂ ਕਿ ਆਪ ਪੈਜ ਰੱਖੈ, ਇੱਜ਼ਤ ਵੀ ਰੱਖਦਾ ਹੈ ਤੇ ਉਹਨਾਂ ਦੀ ਰੱਖਿਆ ਵੀ ਕਰਦਾ ਏ। ਆਪਣਿਆਂ ਸੇਵਕਾਂ ਦੀ ਪਿਆਰੇ ਜਾਣ ਕੇ ਅਤੇ ਆਪਣਿਆਂ ਭਗਤਾਂ ਕੀ ਪੈਰੀ ਪਾਵੈ। ਜੋ ਵੀ ਜਗਤ ਆਪਣਾ ਭਲਾ ਚਾਹੁੰਦਾ ਏ, ਦੁਨੀਆ ਦੇ ਲੋਕ ਭਲਾ ਚਾਹੁੰਦੇ ਹਨ, ਉਹਨਾਂ ਨੂੰ ਆਪਣੇ ਭਗਤਾਂ ਦੇ ਚਰਨੀ ਲਾਉਂਦਾ ਹੈ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੇ। ਧਰਮ ਰਾਜੇ ਦਾ ਬੜਾ ਡਰ ਬਣਿਆ ਹੋਇਆ ਜੀਵਾਂ ਦੇ ਤਾਈਂ, ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਹਰੀ ਪਰਮਾਤਮਾ ਦੇ ਸੇਵਕ, ਉਹਨਾਂ ਦੇ ਤਾਂ ਧਰਮ ਰਾਜਾ ਨੇੜੇ ਵੀ ਨਹੀਂ ਆ ਸਕਦਾ। ਕਿਉਂਕਿ ਧਰਮ ਰਾਜਾ ਵੀ ਤਾਂ ਹਰੀ ਪਰਮਾਤਮਾ ਦਾ ਹੀ ਕੀਤਾ ਹੋਇਆ। ਪਰਮਾਤਮਾ ਨੇ ਉਹਦੀ ਡਿਊਟੀ ਲਾਈ ਹੈ ਧਰਮ ਰਾਜੇ ਦੀ ਲੇਖਾ ਕਰਨ ਦੀ। ਉਹਨੂੰ ਹੁਕਮ ਕੀਤਾ ਆ, ਧਰਮ ਰਾਜੇ ਨੂੰ ਪਰਮਾਤਮਾ ਨੇ ਹੁਕਮ ਕੀਤਾ ਆ, ਉਹਦੀ ਆਗਿਆ ਵਿੱਚ ਹੀ ਤਾਂ ਇਹ ਬਣਿਆ ਹੋਇਆ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਜੋ ਰੱਬ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਫਿਰ ਭਾਈ ਖਤਰਾ ਨਹੀਂ ਰਹਿੰਦਾ ਧਰਮ ਰਾਜੇ ਦਾ। ਹਰ ਜਨ ਸੇਵਕ ਨੇੜ ਨਾ ਆਵੇ, ਹਰੀ ਦੇ ਜਨ ਸੇਵਕਾਂ ਦੇ ਪਾਸ ਧਰਮ ਰਾਜਾ ਕਦੇ ਨਹੀਂ ਆ ਸਕਦਾ ਲੇਖਾ ਕਰਨ ਵਾਸਤੇ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਝਖ ਝਖ ਆਵੇ ਜਾਵੇ। ਜੋ ਪੁਰਖ ਜੀਵ ਪ੍ਰਮਾਤਮਾ ਦਾ ਪਿਆਰਾ ਹੈ ਉਹ ਸਭਨਾਂ ਦਾ ਹੀ ਪਿਆਰਾ ਹੁੰਦਾ, ਉਹ ਸਾਰਿਆਂ ਨੂੰ ਹੀ ਪਿਆਰਾ ਲੱਗਦਾ ਏ। ਹੋਰ ਕੀਤੀ ਝਖ ਝਖ ਆਵੇ ਜਾਵੇ। ਹੋਰ ਕਿੰਨੀ ਦੁਨੀਆ ਭਾਈ ਖੱਬ ਖੱਬ ਕੇ ਮਰ ਰਹੀ ਹੈ, ਆਉਂਦੀ ਜਾਂਦੀ ਹੈ, ਆਉਣਾ ਜਾਣਾ ਬਣਿਆ। ਸਾਰੇ ਹੀ ਵਿਲਕਦੇ ਨੇ, ਸਾਰੇ ਹੀ ਰੋਂਦੇ ਨੇ, ਪਛਤਾਵਾ ਕਰਦੇ ਨੇ, ਖੱਬ ਖੱਬ ਕੇ ਮਰਦੇ ਨੇ। ਪਰ ਪਰਮੇਸ਼ਰ ਦੇ ਪਿਆਰੇ ਭਾਈ ਸੰਸਾਰ 'ਤੇ ਆਨੰਦ ਦੇ ਸਹਿਤ ਆਉਂਦੇ ਹਨ, ਆਨੰਦ ਦੇ ਸਹਿਤ ਹੀ ਜਾਂਦੇ ਨੇ, ਬੱਝੇ ਨਹੀਂ ਆਉਂਦੇ ਹਨ। ਆਪਣੀ ਮਰਜ਼ੀ ਨਾਲ ਸੰਸਾਰ 'ਤੇ ਆ ਕੇ ਭਲਾ ਕਰਕੇ ਚਲੇ ਜਾਂਦੇ ਨੇ। ਜੋ ਹਰੀ ਪਰਮਾਤਮਾ ਦਾ ਪਿਆਰਾ ਉਹ ਸਭਨਾਂ ਦਾ ਪਿਆਰਾ ਹੁੰਦਾ ਹੈ। ਜੰਮਣ ਮਰਨ ਦਾ ਦੁੱਖ ਤਾਂ ਕੇਵਲ ਦੁਨਿਆਵੀ ਲੋਕਾਂ ਲਈ ਹੈ। ਸ਼ਲੋਕ ਮਹੱਲਾ ਤੀਜਾ। ਰਾਮ ਰਾਮ ਕਰਤਾ ਸਭ ਜਗ ਫਿਰੈ। ਮਹਾਰਾਜ ਕਹਿੰਦੇ ਭਾਈ ਦਾਤ ਪ੍ਰਾਪਤ ਹੋ ਸਕਦੀ ਹੈ ਕਿਸੇ ਨੂੰ ਵੀ ਮੁਕਤੀ ਦੀ, ਪਰ ਜੇ ਕੋਈ ਨਾਮ ਜਪੇ। ਨਾਮ ਜਪਣਾ ਚਾਹੀਦਾ ਇਹਨਾਂ ਬੰਧਨਾਂ ਤੋਂ ਮੁਕਤ ਹੋਣ ਦੇ ਲਈ। ਬੰਧਨਾਂ ਦੇ ਵਿੱਚ, ਵਾਸ਼ਨਾ ਦੇ ਵਿੱਚ ਬੱਧੇ ਹੋਏ ਅਸੀਂ ਜੀਵ ਆਉਂਦੇ ਹਾਂ ਤੇ ਬੱਧੇ ਹੀ ਚਲੇ ਜਾਂਦੇ ਹਾਂ। ਰੋਂਦੇ ਆਏ ਤੇ ਰੋਂਦੇ ਹੀ ਸੰਸਾਰ ਤੋਂ ਜਾਣਾ। ਜੇ ਆਨੰਦ ਦੇ ਸਹਿਤ ਆਉਣਾ, ਆਨੰਦ ਦੇ ਸਹਿਤ ਜਾਣਾ ਹੈ ਤੇ ਪਰਮੇਸ਼ਰ ਦਾ ਨਾਮ ਜਪਣਾ ਪਵੇਗਾ। ਉਸ ਦੇ ਨਾਮ ਦੇ ਨਾਲ ਜੁੜ ਕੇ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹਾਤਮਾ ਪਿਆਰੇ ਪਰਮੇਸ਼ਰ ਦੇ ਬਣ ਜਾਈਦਾ ਹੈ। ਸਤਿਗੁਰੂ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਨੇ ਰਾਮ ਰਾਮ ਕਰਤਾ ਸਭ ਜਗ ਫਿਰੈ। ਰਾਮ ਰਾਮ ਕਰਦਾ ਵੀ ਸਾਰਾ ਜਗਤ ਫਿਰ ਰਿਹਾ ਏ। ਸਾਰੇ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਪਰਮਾਤਮਾ ਨੂੰ ਸਿਮਰਦੇ ਹਨ। ਰਾਮ ਨਾ ਪਾਇਆ ਜਾਏ
ਪਰ ਕੇਵਲ ਕਹਿਣ ਮਾਤਰ ਹੀ ਪਰਮਾਤਮਾ ਦੇ ਨਾਮ ਨੂੰ ਉਸ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੇ ਮੁਖ ਤੋਂ ਕੇਵਲ ਕਹਿਣ ਮਾਤਰੀ, ਵਿਖਾਵੇ ਮਾਤਰੀ ਨਾਮ ਜਪੀਏ, ਇਹਦੇ ਨਾਲ ਭਾਈ ਉਸ ਦੀ ਪ੍ਰਾਪਤੀ ਨਹੀਂ ਹੁੰਦੀ। ਅਗਮ ਅਗੋਚਰ ਅਤ ਵੱਡਾ, ਅਤੁੱਲ ਨਾ ਤੁਲਿਆ ਜਾਏ। ਕਿਉਂਕਿ ਉਹ ਪ੍ਰਮਾਤਮਾ ਅਗਮ ਪਹੁੰਚ ਤੋਂ ਪਰੇ ਹੈ, ਅਗੋਚਰ ਅਵਿਸ਼ੇ ਰੂਪ ਹੈ। ਵਿਸ਼ਿਆਂ ਦੇ ਜਿਹੜੇ ਸਾਡੇ ਇੰਦਰੇ ਹਨ, ਇਹਨਾਂ ਦੇ ਗੋਚਰੇ ਨਹੀਂ ਹੈ। ਤੇ ਅਤ ਵੱਡਾ, ਅਤਿਅੰਤ ਵੱਡਾ ਹੈ, ਅਤੁੱਲ ਨਾ ਤੁਲਿਆ ਜਾਏ। ਉਹ ਅਤੁੱਲ ਹੈ, ਤੋਲਣ ਤੋਂ ਰਹਿਤ। ਬੁੱਧੀ ਰੂਪ ਤਰਾਜੂ ਦੇ ਵਿੱਚ ਸ਼ਾਸਤਰਾਂ ਰੂਪੀ ਵੱਟੇ ਪਾ ਕੇ ਉਸ ਨੂੰ ਨਹੀਂ ਤੋਲਿਆ ਜਾ ਸਕਦਾ। ਤੋਲਣ ਮਿਣਨ ਤੋਂ ਰਹਿਤ ਹੈ। ਐਸਾ ਪ੍ਰਮਾਤਮਾ ਭਾਈ, ਉਹਨੂੰ ਤਾਂ ਇੱਕ ਮਨ ਹੋ ਕੇ ਜੇ ਧਿਆਈਏ ਤਾਂ ਉਸ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਕਹਿਣ ਮਾਤਰ ਨਹੀਂ, ਕਹਿਣ ਮਾਤਰ ਨਹੀਂ ਉਸ ਦੀ ਪ੍ਰਾਪਤੀ ਹੁੰਦੀ ਵੀ ਦਿਖਾਵੇ ਮਾਤਰੀ ਨਾਮ ਜਪੀਏ, ਦਿਖਾਵੇ ਮਾਤਰ ਭਗਤੀ ਕਰੀਏ, ਬੰਦਗੀ ਕਰੀਏ, ਉਹਦੇ ਨਾਲ ਉਸ ਦੀ ਪ੍ਰਾਪਤੀ ਨਹੀਂ ਹੈ। ਇੱਦਾਂ ਤਾਂ ਮਹਾਰਾਜ ਜੀ ਕਹਿੰਦੇ ਫਿਰ ਸਾਰਾ ਜਗਤ ਹੀ ਰਾਮ ਰਾਮ ਕਰੀ ਜਾਂਦਾ ਤੇ ਸਾਰੀ ਪਾ ਲੈਣਗੇ। ਨਹੀਂ, ਉਹਨੂੰ ਇੱਕ ਮਨ ਇੱਕ ਚਿੱਤ ਹੋ ਕੇ ਧਿਆਉਣਾ ਪਵੇਗਾ, ਫਿਰ ਭਾਈ ਉਸ ਦੀ ਪ੍ਰਾਪਤੀ ਹੁੰਦੀ ਹੈ। ਕੀਮਤ ਕਿਨੇ ਨਾ ਪਾਈਆ, ਕਿਤੇ ਨਾ ਲਿਆ ਜਾਏ। ਕੀਮਤ ਨਹੀਂ ਉਸ ਦੀ ਪਾਈ ਜਾ ਸਕਦੀ, ਉਹਦਾ ਕੋਈ ਮੁੱਲ ਨਹੀਂ ਹੈ। ਤੇ ਕਿਤੇ ਨਾ ਲਿਆ ਜਾਏ, ਤੇ ਨਾ ਹੀ ਉਸ ਨੂੰ ਮੁੱਲ ਖਰੀਦਿਆ ਜਾ ਸਕਦਾ, ਨਾ ਕੋਈ ਕਿਸੇ ਚੀਜ਼ ਦੇ ਬਦਲੇ ਉਹਨੂੰ ਵਟਾਇਆ ਜਾ ਸਕਦਾ ਹੈ। ਗੁਰ ਕੈ ਸ਼ਬਦ ਭੇਦਿਆ, ਇਨ ਬਿਦ ਵਸਿਆ ਮਨ ਆਏ। ਗੁਰੂ ਅਮਰਦਾਸ ਸਾਹਿਬ ਜੀ ਨੇ ਹੁਣ ਆਪ ਹੀ ਤਰੀਕਾ ਦੱਸ ਦਿੱਤਾ ਏ ਸਾਨੂੰ ਕਿ ਭਾਈ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ, ਉਹ ਕਿਵੇਂ ਆ ਕੇ ਮਿਲਦਾ ਹੈ। ਸਤਿਗੁਰੂ ਜੀ ਕਹਿੰਦੇ ਗੁਰ ਕੈ ਸ਼ਬਦ ਭੇਦਿਆ, ਜਿਨ੍ਹਾਂ ਨੇ ਆਪਣੇ ਮਨ ਨੂੰ, ਆਪਣੇ ਹਿਰਦੇ ਨੂੰ ਗੁਰੂ ਸ਼ਬਦ ਦੇ ਨਾਲ ਵਿੰਨਿਆ ਹੈ, ਭਾਵ ਕਿ ਆਪਣੇ ਹਿਰਦੇ ਵਿੱਚ ਸ਼ਬਦ ਨੂੰ ਵਸਾਇਆ ਹੈ। ਇਨ ਬਿਦ ਵਸਿਆ ਮਨ ਆਏ। ਗੁਰੂ ਦੇ ਸ਼ਬਦ ਨੂੰ ਕਮਾਉਣ ਨਾਲ, ਹਿਰਦੇ ਵਿੱਚ ਵਸਾਉਣ ਨਾਲ, ਵਸਾਉਣਾ ਤੇ ਕਮਾਉਣ ਦਾ ਭਾਵ ਇਹ ਹੁੰਦਾ ਵੀ ਗੁਰੂ ਦੀ ਆਗਿਆ ਨੂੰ ਮੰਨਣਾ। ਜੋ ਗੁਰਬਾਣੀ ਨੇ ਕਿਹਾ ਉਸ ਨੂੰ ਮੰਨ ਲੈਣਾ, ਇਹਦਾ ਭਾਵ ਹੁੰਦਾ ਵੀ ਹਿਰਦੇ ਵਿੱਚ ਵਸਣਾ। ਜੋ ਗੁਰੂ ਦਾ ਬਚਨ ਹੈ ਉਸ ਨੂੰ ਕਮਾਉਣਾ ਹੈ। ਤੇ ਜਿਨ੍ਹਾਂ ਨੇ ਕਮਾਇਆ ਹੈ ਉਹਨਾਂ ਨੂੰ ਪਰਮੇਸ਼ਰ ਅਕਾਲ ਪੁਰਖ ਮਨ ਵਿੱਚ ਆ ਕੇ ਵਸਿਆ ਹੈ, ਮਿਲਿਆ ਹੈ। ਨਾਨਕ ਆਪ ਅਮਿਓ ਹੈ, ਗੁਰ ਕਿਰਪਾ ਤੇ ਰਹਿਆ ਸਮਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈਓ ਪ੍ਰਮਾਤਮਾ ਅਮੇਯੋ, ਮਿਣਤੀ ਤੋਂ ਰਹਿਤ ਹੈ, ਉਹਦੀ ਕੋਈ ਮਿਣਤੀ ਗਿਣਤੀ ਨਹੀਂ ਹੈ। ਗੁਰ ਕਿਰਪਾ ਤੇ ਰਹਿਆ ਸਮਾਏ। ਗੁਰੂ ਦੀ ਕਿਰਪਾ ਨਾਲ ਇਹ ਪ੍ਰਤੀਤ ਹੁੰਦਾ ਹੈ ਕਿ ਪ੍ਰਮਾਤਮਾ ਸਾਰਿਆਂ ਥਾਵਾਂ ਤੇ ਸਮਾਇਆ ਰਮਿਆ ਹੋਇਆ ਹੈ। ਆਪੇ ਮਿਲਿਆ ਮਿਲ ਰਹਿਆ, ਆਪੇ ਮਿਲਿਆ ਆਏ। ਆਪ ਹੀ ਜੀਵਾਂ ਦੇ ਵਿੱਚ ਮਿਲਿਆ ਹੋਇਆ, ਵਿਆਪਕ ਰੂਪ ਹੋ ਰਿਹਾ ਹੈ, ਰਮਿਆ ਹੋਇਆ ਹੈ, ਆਪ ਹੀ ਆ ਕੇ ਮਿਲਣ ਵਾਲਾ ਹੈ। ਮਹੱਲਾ ਤੀਜਾ। ਏ ਮਨ ਇਹੋ ਧਨ ਨਾਮ ਹੈ, ਜਿਤ ਸਦਾ ਸਦਾ ਸੁਖ ਹੋਏ। ਜਿਸ ਦੇ ਨਾਲ ਸਦਾ ਹੀ ਸੁਖ ਹੁੰਦਾ, ਉਹ ਕੀ ਚੀਜ਼ ਹੈ, ਉਹ ਕਿਹੜਾ ਧਨ ਹੈ? ਉਹ ਹੈ ਪਰਮੇਸ਼ਰ ਦਾ ਨਾਮ ਰੂਪੀ ਧਨ। ਇਹ ਜਿਹੜੇ ਦੁਨਿਆਵੀ ਧਨ ਹਨ ਸਾਧ ਸੰਗਤ ਜੀ, ਇਹਦੇ ਨਾਲ ਸਦੀਵ ਕਾਲ ਸੁੱਖ ਨਹੀਂ ਪ੍ਰਾਪਤ ਹੁੰਦਾ। ਇਹ ਤਾਂ ਇੱਕ ਕਾਗਜ਼ ਦੇ ਟੁਕੜੇ ਨੇ, ਇਹ ਕੋਈ ਪਤਾ ਨਹੀਂ ਕਦੋਂ ਇਹ ਫੇਲ ਹੋ ਜਾਣ। ਇਹਨਾਂ ਸਮੇਂ ਮੁਤਾਬਕ ਇਹਨਾਂ ਨੂੰ ਖਤਮ ਕੀਤਾ ਗਿਆ ਤੇ ਹੋਏ ਵੀ ਨੇ। ਬਹੁਤਾ ਧਨ ਵੀ ਖਰਾਬ ਹੀ ਹੋ ਜਾਂਦਾ ਏ, ਇਹਦੇ ਨਾਲ ਸੁੱਖ ਨਹੀਂ ਮਿਲਦਾ। ਅਸਲੀ ਜਿਹੜਾ ਸੁੱਖ ਹੈ ਉਹ ਤਾਂ ਪਰਮੇਸ਼ਰ ਦੇ ਨਾਮ ਰੂਪੀ ਧਨ ਨਾਲ ਮਿਲਦਾ ਹੈ। ਇਹ ਤਾਂ ਸਮੇਂ ਮੁਤਾਬਕ ਖਤਮ ਹੋ ਚੁੱਕੇ ਨੇ। ਅੱਜ ਤੋਂ ਕੁਝ ਸਾਲ ਪਹਿਲਾਂ ਪਿੱਛੇ ਚਲੇ ਜਾਈਏ, ਸਿੱਕੇ ਚੱਲਦੇ ਹੁੰਦੇ ਸਨ, ਉਹ ਹੁਣ ਨਹੀਂ। ਅੰਗਰੇਜ਼ਾਂ ਨੇ ਰਾਜ ਕੀਤਾ ਇਸ ਦੇਸ਼ 'ਤੇ, ਉਹਨਾਂ ਨੇ ਆਪਣਾ ਸਿੱਕਾ ਚਲਾਇਆ ਸੰਸਾਰ 'ਤੇ, ਉਹਨਾਂ ਆਪਣੀ ਕਰੰਸੀ ਬਣਾਈ ਸੀ, ਅੱਜ ਉਹ ਨਹੀਂ ਇੱਥੇ ਚੱਲਦੀ ਹੈ। ਅਤੇ ਇਸੇ ਤਰ੍ਹਾਂ ਜਦੋਂ ਅੱਗੇ ਰਾਜ ਹੁੰਦਾ ਹੈ, ਪਹਿਲਾਂ ਸੀ ਰਾਜ ਮਹਾਰਾਜਾ ਰਣਜੀਤ ਸਿੰਘ ਦਾ, ਉਹਨਾਂ ਦੇ ਰਾਜ ਵੇਲੇ ਜਿਹੜੇ ਸਿੱਕੇ ਚੱਲਦੇ ਸੀ ਉਹ ਅੱਜ ਨਹੀਂ ਚੱਲ ਸਕਦੇ। ਉਹ ਹੁਣ ਕੇਵਲ ਤੋਸ਼ੇਖਾਨਿਆਂ ਦੇ ਵਿੱਚ ਜਾਂ ਲਾਇਬ੍ਰੇਰੀਆਂ ਦੇ ਵਿੱਚ ਸਜਾ ਕੇ ਰੱਖੇ ਹੋਏ ਹਨ ਦੇਖਣ ਵਾਸਤੇ। ਉਸ ਤੋਂ ਵੀ ਪਹਿਲਾਂ ਕਿੰਨੇ ਮਹਾਰਾਜੇ ਹੋ ਕੇ ਸੰਸਾਰ ਤੋਂ ਗਏ, ਉਹਨਾਂ ਦੇ ਸਿੱਕੇ ਸੀ, ਉਹ ਨਹੀਂ ਹੁਣ ਚੱਲਦੇ।
ਬਹੁਤਾ ਦੂਰ ਨਾ ਜਾਈਆ, ਥੋੜੇ ਹੀ ਚਿਰਾਂ ਦੀ ਗੱਲ ਹੈ। ਆ ਜਿਹੜੀ ਭਾਣ ਹੁੰਦੀ ਸੀ, ਆ ਚਵਾਨੀਆਂ ਠਿਆਨੀਆਂ 25 ਪੈਸੇ 20 ਪੈਸੇ ਦਸੀਆਂ, ਇਹ ਹੁਣ ਚੱਲਦੀਆਂ ਨਹੀਂ, ਕੋਈ ਨਹੀਂ ਇਹਨਾਂ ਨੂੰ ਲੈਂਦਾ ਹੈ। ਇਹਨਾਂ ਦਾ ਸਮਾਂ ਸੀ, ਉਹ ਹੁਣ ਸਾਰਾ ਧਨ ਸੀ ਜਿਹੜਾ ਉਹ ਨਾਸ਼ ਹੋ ਗਿਆ। ਉਦੋਂ ਵੀ ਜੇ ਨੇੜੇ ਆ ਜਾਈਏ, ਆ 500 ਤੇ 1000 ਵਾਲੇ ਨੋਟ ਕਿੰਨੇ ਬਰਬਾਦ ਹੋਏ ਨੇ, ਕਿੰਨਾ ਧਨ ਉਹ ਵਿਅਰਥ ਹੀ ਚਲਿਆ ਗਿਆ। ਇਹ ਮਹਾਰਾਜ ਪਰਮੇਸ਼ਰ ਦੀ ਖੇਡ ਹੈ। ਉਹਨੇ ਦਰਸਾ ਦਿੱਤਾ ਕਿ ਭਾਈਏ, ਕੇਵਲ ਇਹ ਕਾਗਜ਼ ਦੇ ਨਾਲ ਸੁੱਖ ਨਹੀਂ ਮਿਲਦਾ ਹੈ। ਅਸਲੀ ਸੁੱਖ ਜੇ ਚਾਹੀਦਾ ਹੈ, ਇਹ ਮਨ ਇਹੋ ਧਨ ਨਾਮ ਹੈ। ਨਾਮ ਰੂਪੀ ਧਨ ਹੀ ਹੈ ਕੇਵਲ ਜੋ ਅਸਲੀ ਸੁੱਖ ਦੇਣ ਵਾਲਾ ਹੈ, ਤੇ ਜਿਹਦੇ ਨਾਲ ਸਦਾ ਹੀ ਸੁੱਖ ਮਿਲਣਾ ਹੈ। ਇਹ ਨਾਸ਼ਵੰਤ ਧਨ ਦੇ ਨਾਲ ਨਹੀਂ ਸੁੱਖ ਮਿਲਦਾ। ਟੋਟਾ ਮੂਲ ਨਾ ਆਵਈ, ਲਾਹਾ ਸਦ ਹੀ ਹੋਏ। ਕਦੇ ਵੀ ਉੱਕਾ ਹੀ ਮਹਾਰਾਜ ਕਹਿੰਦੇ ਘਾਟਾ ਨਹੀਂ ਪੈਂਦਾ ਹੈ ਨਾਮ ਰੂਪੀ ਧਨ ਦੇ ਨਾਲ। ਇਹਨੂੰ ਤਾਂ ਜਿੰਨਾ ਹੀ ਖਰਚਾਂਗੇ ਨਾ ਉਨਾ ਵਧੇਗਾ। ਦੁਨਿਆਵੀ ਪੈਸੇ ਨੇ, ਕਾਗਜ਼ ਦੇ ਨੋਟ, ਜਿੰਨਾ ਹੀ ਖਰਚਾ ਵਧਾਈ ਜਾਵਾਂਗੇ ਓਨੇ ਹੀ ਕੰਗਾਲ ਹੋਈ ਜਾਵਾਂਗੇ। ਬਹੁਤੇ ਲੋਕ ਇੱਦਾਂ ਹੀ ਗਰੀਬ ਹੋਏ ਨੇ, ਕੰਗਾਲ ਹੋ ਗਏ। ਉਹਨਾਂ ਸਾਧਨ ਨਹੀਂ ਸੀ ਪੈਸਾ ਕਮਾਉਣ ਦਾ, ਖਰਚੇ ਵਧਾ ਬੈਠੇ। ਖਰਚੇ ਹੀ ਇੰਨੇ ਵਧਾ ਲਏ ਤੇ ਆਪਣੀ ਸੀਮਾ ਹੀ ਪਾਰ ਕਰ ਦਿੱਤੀ, ਤੇ ਫਿਰ ਕੰਗਾਲ ਹੋ ਕੇ ਬਹਿ ਗਏ। ਧਨ ਮੁੱਕ ਗਿਆ ਖਰਚਾ ਵਧਾ ਕੇ। ਇੱਦਾਂ ਨਹੀਂ ਹੁੰਦਾ ਹੈ। ਪਰਮੇਸ਼ਰ ਦਾ ਨਾਮ ਰੂਪੀ ਧਨ ਇੱਦਾਂ ਦਾ, ਜਿੰਨਾ ਹੀ ਭਾਈ ਖਰਚਾਂਗੇ ਨਾ ਓਨਾ ਹੀ ਵਧੇਗਾ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੈ ਵੱਧਦੋ ਜਾਈ। ਮਹਾਰਾਜ ਕਹਿੰਦੇ ਨਾਮ ਰੂਪੀ ਧਨ ਵੱਧਦਾ ਹੈ। ਵਿਦਿਆ ਰੂਪੀ ਧਨ ਵੀ ਇੱਦਾਂ ਹੀ ਹੈ। ਜਿੰਨੀ ਵਿਦਿਆ ਹੈ ਆਪਣੇ ਕੋਲ, ਉਹਨੂੰ ਹੋਰ ਵੰਡੀਏ ਤੇ ਉਹ ਵਿਦਿਆ ਹੋਰ ਵੱਧਦੀ ਹੈ। ਉਹਦੇ ਵਿੱਚ ਵਾਧਾ ਹੁੰਦਾ ਏ, ਘਟਦਾ ਨਹੀਂ ਹੈ। ਇਹ ਨਾਮ ਰੂਪੀ ਧਨ ਨੂੰ ਵੀ ਭਾਈ ਜਿੰਨਾ ਹੀ ਵੰਡਾਂਗੇ ਨਾ ਓਨਾ ਹੀ ਵਧੇਗਾ, ਓਨਾ ਹੀ ਜਿਹੜਾ ਸੁੱਖ ਪ੍ਰਾਪਤ ਹੋਵੇਗਾ। ਟੋਟਾ ਮੂਲ ਨਾ ਹੋਵਈ, ਕਦੇ ਵੀ ਉੱਕਾ ਹੀ ਘਾਟਾ ਨਹੀਂ ਪੈਂਦਾ ਹੈ, ਨਾ ਹੀ ਕਦੇ ਹਾਨੀ ਹੁੰਦੀ ਹੈ, ਸਦਾ ਲਾਹਾ ਹੀ ਮਿਲਦਾ ਹੈ। ਖਾਧੇ ਖਰਚੇ ਟੋਟ ਨਾ ਆਵਈ, ਸਦਾ ਸਦਾ ਉਹ ਦੇ। ਖਾਂਦਿਆਂ ਖਰਚਦਿਆਂ ਇਸ ਧਨ ਦੀ ਕੋਈ ਕਮੀ ਨਹੀਂ ਰਹਿੰਦੀ ਹੈ। ਸਦਾ ਸਦਾ ਹੀ ਉਹ ਪ੍ਰਮਾਤਮਾ ਬਖਸ਼ਿਸ਼ਾਂ ਕਰਨ ਵਾਲਾ ਹੈ। ਸਹਿਸਾ ਮੂਲ ਨਾ ਹੋਵਈ, ਹਾਨਤ ਕਦੇ ਨਾ ਹੋਏ। ਇਸ ਨੂੰ ਮੁੱਕਣ ਦਾ ਕਦੇ ਸੰਸਾ ਨਹੀਂ ਆਉਂਦਾ ਮਨ ਵਿੱਚ, ਤੇ ਸੰਸੇ ਹੋਰ ਵੀ ਖਤਮ ਹੋ ਜਾਂਦੇ ਹਨ ਨਾਮ ਰੂਪੀ ਧਨ ਦੇ ਨਾਲ। ਕਦੇ ਵੀ ਮਹਾਰਾਜ ਕਹਿੰਦੇ ਹਾਨੀ ਨਹੀਂ ਹੁੰਦੀ ਹੈ ਇਸ ਨਾਮ ਰੂਪੀ ਧਨ ਦੇ ਨਾਲ ਜੁੜਿਆ। ਨਾਨਕ ਗੁਰਮੁਖ ਪਾਈਐ, ਜਾ ਕਉ ਨਦਰ ਕਰੇ। ਮਹਾਰਾਜ ਇਹ ਕਿੱਥੋਂ ਮਿਲਦਾ ਹੈ ਨਾਮ ਰੂਪੀ ਧਨ? ਕਿਰਪਾ ਕਰਕੇ ਦੱਸੋ। ਸਤਿਗੁਰੂ ਜੀ ਕਹਿੰਦੇ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਇਸ ਨਾਮ ਰੂਪੀ ਧਨ ਦੀ ਭਾਈ ਪ੍ਰਾਪਤੀ ਹੁੰਦੀ ਹੈ। ਮੁਖੀ ਗੁਰਾਂ ਦੇ ਦੁਆਰਾ ਇਸ ਨੂੰ ਪ੍ਰਾਪਤ ਕਰੀਦਾ ਹੈ, ਜਿਨ੍ਹਾਂ ਦੇ ਉੱਪਰ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰੇ। ਪੌੜੀ ਆਪੇ ਸਭ ਘਟ ਅੰਦਰੇ, ਆਪੇ ਹੀ ਬਾਹਰ। ਆਪ ਹੀ ਪਰਮੇਸ਼ਰ ਸਭਨਾ ਜੀਵਾਂ ਦੇ ਅੰਦਰ ਵਰਤ ਰਿਹਾ ਹੈ, ਆਪ ਹੀ ਬਾਹਰ ਵਰਤ ਰਿਹਾ ਹੈ। ਆਪੇ ਗੁਪਤ ਵਰਤਦਾ, ਆਪੇ ਹੀ ਜਾਹਰ। ਗੁਪਤ ਵੀ ਆਪ ਹੀ ਵਰਤ ਰਿਹਾ ਹੈ ਤੇ ਜ਼ਾਹਰ ਰੂਪ ਪ੍ਰਗਟ ਰੂਪ ਵਿੱਚ ਵੀ ਆਪ ਵਰਤ ਰਿਹਾ ਹੈ। ਜੁਗ ਛੱਤੀ ਗੁਬਾਰ ਕਰ ਵਰਤਿਆ, ਸੁਨਾ ਹਰ। ਤੇ 36 ਯੁੱਗ ਗੁਬਾਰ ਹੋ ਕੇ, ਹਨੇਰਾ ਹੋ ਕੇ ਵੀ ਆਪ ਹੀ ਵਰਤਿਆ ਹੈ। ਜਦੋਂ ਬ੍ਰਹਮਾ 36 ਯੁੱਗ ਹਨੇਰੇ ਦੇ ਵਿੱਚ ਘੁੰਮਦਾ ਰਿਹਾ ਸੀ, ਉਸ ਰੂਪ ਵਿੱਚ ਵੀ ਪ੍ਰਮਾਤਮਾ ਆਪ ਹੀ ਵਰਤਿਆ ਹੈ, ਤੇ ਅਫੁਰ ਅਵਸਥਾ ਵੀ ਆਪ ਹੀ ਹੋ ਰਿਹਾ ਹੈ। ਉਥੈ ਵੇਦ ਪੁਰਾਣ ਨਾ ਸਾਸਤਾ, ਆਪੇ ਹਰ ਨਰ ਹਰ। ਤੇ ਇਹ ਉੱਥੇ ਭਾਈ ਉਸ ਵੇਲੇ ਨਾ ਕੋਈ ਵੇਦ ਸੀ, ਨਾ ਕੋਈ ਪ੍ਰਾਣ ਸੀ, ਨਾ ਕੋਈ ਸ਼ਾਸਤਰ ਸੀ। ਜਦੋਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਐਸੇ ਕੌਤਕ ਕਰ ਛੱਡੇ ਨੇ, ਕੀਤੇ ਹੋਏ ਸੀ, ਜੋ ਨਰਾਂ ਨੂੰ ਹਰਨ ਵਾਲਾ ਹੈ ਤੇ ਹਰੇ ਭਰੇ ਵੀ ਕਰ ਦੇਣ ਵਾਲਾ ਹੈ। ਐਸਾ ਪਰਮਾਤਮਾ ਜਦੋਂ ਸੀ, ਉਦੋਂ ਇਹ ਚੀਜ਼ਾਂ ਨਹੀਂ ਸਨ। ਬੈਠਾ ਤਾੜੀ ਲਾਏ ਆਪ, ਸਭ ਦੂ ਹੀ ਬਾਹਰ।
ਸਭਨਾ ਜੀਵਾਂ ਤੋਂ ਬਾਹਰੀ ਹੈ, ਨਿਰਲੇਪ ਵੀ ਆਪ ਹੈ, ਅਨਿਰਲੇਪ ਹੋ ਕੇ ਵੀ ਵਰਤਣ ਵਾਲਾ, ਤੇ ਸਭਨਾ ਜੀਵਾਂ ਦੇ ਅੰਦਰ ਵੀ ਉਹ ਆਪ ਬੈਠਾ ਹੋਇਆ ਹੈ। ਆਪਣੀ ਮਿਤ ਆਪ ਜਾਣਦਾ, ਆਪੇ ਹੀ ਗੌਹਰ। ਤੇ ਆਪਣੀ ਮਿੱਤ ਨੂੰ ਭਾਈ ਉਹ ਪਰਮਾਤਮਾ ਆਪ ਹੀ ਜਾਣਦਾ ਹੈ। ਉਹ ਬੜਾ ਗਹਿਰ ਗੰਭੀਰ ਹੈ, ਨਿਰਹਲ ਹੈ, ਸੁੰਦਰ ਸ਼ੁਭ ਗੁਣਾ ਵਾਲਾ ਹੈ, ਉਹ ਬੜਾ ਸੁੰਦਰ ਹੈ, ਉਹ ਉਪਮਾ ਤੋਂ ਮਹਿਮਾ ਤੋਂ ਰਹਿਤ ਹੈ, ਵੱਡਾ ਹੈ, ਪਹੁੰਚ ਤੋਂ ਪਰੇ ਹੈ। ਜਿਤਨੇ ਵੀ ਕਹਿ ਲਈਏ ਉਤਨੇ ਹੀ ਗੁਣਾ ਤੋਂ ਭਾਈ ਉਹ ਰਹਿਤ ਹੈ। ਉਹ ਪਰਿਪੂਰਨ ਹੈ, ਸਰਬ ਕਲਾ ਸਮਰੱਥ ਹੈ। ਆਪਣੀ ਮਿਤ ਮਰਿਆਦਾ ਨੂੰ ਉਹ ਪ੍ਰਮਾਤਮਾ ਆਪ ਹੀ ਜਾਣਨ ਵਾਲਾ ਹੈ। ਕੁਝ ਵੀ ਨਹੀਂ ਕਿਹਾ ਜਾ ਸਕਦਾ, ਕਥਨ ਕੀਤਾ ਹੀ ਨਹੀਂ ਜਾ ਸਕਦਾ। ਜਿਹਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀ ਹੈ। ਨਹੀਂ ਉਸ ਦਾ ਅੰਤ ਪਾਇਆ ਜਾ ਸਕਦਾ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੀ। ਪਵਿੱਤਰ ਉਪਦੇਸ਼ ਬਿਹਾਗੜੇ ਕੀ ਵਾਰ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਗੁਰੂ ਸਾਹਿਬ ਜੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨ। 555 ਅੰਗ ਇੱਥੇ ਸੰਪੂਰਨ ਹੋਏ ਹਨ। ਸੋ 556 ਅੰਗ ਤੱਕ ਇਸ ਵਾਰ ਨੂੰ ਸਤਿਗੁਰਾਂ ਨੇ ਦਰਜ ਕੀਤਾ ਹੈ। ਉਸ ਤੋਂ ਬਾਅਦ ਵਡਹੰਸ ਰਾਗ ਆਰੰਭ ਹੋਵੇਗਾ। ਪਰਸੋਂ ਤੱਕ ਆਪਾਂ ਸਰਵਣ ਕਰਾਂਗੇ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਜੀ। ਬੈਠਾ ਤਾੜੀ ਲਾਏ ਆਪ, ਸਭ ਦੂ ਹੀ ਬਾਹਰ। ਆਪਣੀ ਮਿਤ ਆਪ ਜਾਣਦਾ, ਆਪੇ ਹੀ ਗੌਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜਿਆ ਵਾਧਾਈਆ। ਰਾਗ ਰਤਨ ਪਰਵਾਰ ਪ੍ਰਿਆ, ਸ਼ਬਦ ਗਾਵਣ ਆਈਆ। ਸ਼ਬਦੋ ਤਾ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨਹੁ ਵਿਸਾਰੇ, ਕਹੈ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ। ਘਰ ਤਾ ਤੇਰੈ ਸਭ ਕਿਛ ਹੈ, ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀ ਇਹ ਵਡਿਆਈਆ, ਕਹੈ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾ। ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਨਹੁ ਵਡ ਭਾਗੀਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ,
ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ